ਅੱਜ ਦੇ MA ਥਰਡ ਸਮੈਸਟਰ ਦੇ ਇਸ ਵਰਚੁਅਲ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਕੱਲ ਦੇ ਲੈਕਚਰ ਦੇ ਵਿੱਚ ਅਮਰੀਕਾ ਦਾ ਜਿਹੜਾ ਸੰਵਿਧਾਨਿਕ ਸਫ਼ਰ ਸੀਗਾ ਉਹਦੇ ਨਾਲ ਆਪਣਾ ਜਿਹੜਾ ਅਮਰੀਕਾ ਦਾ ਸੰਵਿਧਾਨ ਸ਼ੁਰੂ ਕੀਤਾ ਸੀ। ਸੰਵਿਧਾਨਿਕ ਸਫ਼ਰ ਦਾ ਮਤਲਬ ਉਹਦਾ ਇਤਿਹਾਸਿਕ ਜਿਹੜਾ ਪਿਛੋਕੜ ਅਸੀਂ ਕੱਲ ਦੇਖਿਆ ਸੀਗਾ। ਉਹ ਪਹਿਲਾ ਕੁਐਸਚਨ ਸਾਡਾ ਜਿਹੜਾ ਸਿਲੇਬਸ ਦਾ ਅਮਰੀਕਾ ਦੇ ਵਿੱਚ ਉਹੀ ਜਿਹੜਾ ਹੈਗਾ ਬਣਦਾ। ਹੁਣ ਅੱਜ ਅਸੀਂ ਜਿਹੜਾ ਪ੍ਰਸ਼ਨ ਕਰਨਾ ਹੈ ਉਹ ਹੈਗਾ ਅਮਰੀਕਾ ਦੇ ਸੰਵਿਧਾਨ ਦੀਆਂ ਪ੍ਰਮੁੱਖ ਸੰਵਿਧਾਨਿਕ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ। ਇੱਥੇ ਮੈਂ ਹੁਣ ਤੁਹਾਡੇ ਨਾਲ ਇੱਕ ਜਿਹੜਾ ਹੈਗਾ ਡਾਕੂਮੈਂਟ ਸ਼ੇਅਰ ਕਰਨ ਲੱਗਾ ਹੈਗਾ। ਹੁਣ ਜਿੱਦਾਂ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਅਮਰੀਕਾ ਦੇ ਵਿੱਚ ਜਿਹੜੀਆਂ 13 ਕਾਲੋਨੀਆਂ ਸੀਗੀਆਂ ਜਾਂ 13 ਜਿਹੜੀਆਂ ਬਸਤੀਆਂ ਸੀਗੀਆਂ, ਉਹਨਾਂ ਨੇ ਜਿਹੜਾ ਅੰਗਰੇਜ਼ੀ ਸ਼ਾਸਨ ਵਿਵਸਥਾ ਸੀ ਉਹਦੇ ਖਿਲਾਫ ਜਿਹੜਾ ਸੀਗਾ ਵਿਰੋਧ ਦਾ ਝੰਡਾ ਗੱਡਿਆ ਸੀ ਜਾਂ ਵਿਰੋਧ ਦਾ ਝੰਡਾ ਚੁੱਕਿਆ ਸੀ। ਸੋ ਇਹਨਾਂ 13 ਕਾਲੋਨੀਜ਼ ਨੇ ਬਾਅਦ ਵਿੱਚ ਜਾ ਕੇ ਆਰਟੀਕਲਸ ਆਫ ਕਨਫੈਡਰੇਸ਼ਨ ਸਾਈਨ ਕੀਤੀ ਔਰ ਇੱਕ ਮਹਾਸੰਘ ਦੀ ਸਥਾਪਨਾ ਕੀਤੀ, ਜਿਸ ਤੋਂ ਬਾਅਦ ਜਿਹੜਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਨਾਂ ਦਾ ਜਿਹੜਾ ਦੇਸ਼ ਸੀਗਾ ਔਰ ਉਹਦੀ ਜਿਹੜਾ ਸੰਵਿਧਾਨਿਕ ਜਿਹੜਾ ਸਫ਼ਰ ਸੀਗਾ ਉਸ ਤੋਂ ਬਾਅਦ ਜਿਹੜਾ ਸੀਗਾ ਸ਼ੁਰੂ ਹੋਇਆ। ਹੁਣ ਜੇ ਆਪਾਂ ਅਮਰੀਕਾ ਦੇ ਕਨਸਟੀਟਿਊਸ਼ਨ ਦੀ ਗੱਲ ਕਰੀਏ ਤਾਂ ਜਾਰਜ ਵਾਸ਼ਿੰਗਟਨ, ਟੀ ਜੈਫਰਸਨ ਅਤੇ ਬੀ ਫਰੈਂਕਲਿਨ, ਇਹ ਤਿੰਨ ਜਿਹੜੇ ਬੰਦੇ ਸੀਗੇ, ਇਹਨਾਂ ਨੇ ਅਮਰੀਕਾ ਦੇ ਕਨਸਟੀਟਿਊਸ਼ਨ ਜਾਂ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਵੀ ਇੱਕ ਅਹਿਮ ਭੂਮਿਕਾ ਜਿਹੜੀ ਹੈ ਉਹ ਨਿਭਾਈ। ਹੁਣ ਤੁਹਾਨੂੰ ਸਾਰਿਆਂ ਨੂੰ ਅਗਲੀ ਸਲਾਈਡ ਵੱਲ ਜਿਹੜਾ ਵੱਧਦਾ ਹੈਗਾ, ਠੀਕ ਹੈ ਜੀ। ਇਹਦੇ ਵਿੱਚ ਹੁਣ ਹੈਗਾ the free and independent states needed a strong national government. That is why in 1787 all the states sent their representatives to the Philadelphia where they wrote the constitution. Americans are proud of the constitution. मतलब कि ਜਿਹੜੇ ਉਸ ਸਮੇਂ ਰਾਜ ਸੀਗੇ, ਜਿਹੜਾ ਰਾਜਾਂ ਨੇ ਆਰਟੀਕਲਸ ਆਫ ਕਨਫੈਡਰੇਸ਼ਨ ਤੇ ਸਾਈਨ ਕੀਤਾ ਸੀ, ਉਹਨਾਂ ਨੇ ਜਿਹੜਾ ਹੈ ਆਪਣੇ ਨੁਮਾਇੰਦੇ ਜਿਹੜੇ ਆ ਫਿਲਡਲਫੀਆ ਦੇ ਵਿੱਚ ਜਿਹੜਾ ਹੈ ਭੇਜੇ। ਫਿਲਡਲਫੀਆ ਦੇ ਵਿੱਚ ਭੇਜ ਕੇ ਜਿਹੜਾ ਸੀਗਾ ਉਹਨਾਂ ਨੇ ਸੰਵਿਧਾਨ ਬਣਾਉਣ ਦੇ ਵਿੱਚ ਇਹਨਾਂ ਦੀ ਰਾਏ ਲਈ ਔਰ ਰਾਏ ਲੈਣ ਤੋਂ ਬਾਅਦ ਇੱਕ ਜਿਹੜਾ ਸੀਗਾ ਮਹਾਨ ਸੰਵਿਧਾਨ ਦੀ ਜਿਹੜੀ ਸੀ ਉਹ ਇੱਕ ਮਹਾਨ ਦੇਸ਼ ਦੇ ਇੱਕ ਮਹਾਨ ਸੰਵਿਧਾਨ ਦੀ ਜਿਹੜੀ ਸੀ ਰਚਨਾ ਜਿਹੜੀ ਸੀ ਸ਼ੁਰੂ ਹੋਈ ਜਾਂ ਉਹਦਾ ਸਫ਼ਰ ਸ਼ੁਰੂ ਹੋਇਆ ਜਾਂ ਉਹ ਬਣ ਕੇ ਜਿਹੜਾ ਸੀਗਾ ਤਿਆਰ ਹੋਇਆ। ਜਿੱਦਾਂ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਕਿ 1789 ਦੇ ਵਿੱਚ ਜਿਹੜਾ ਸੀਗਾ ਅਮਰੀਕਾ ਦਾ ਜਿਹੜਾ ਕਨਸਟੀਟਿਊਸ਼ਨ ਸੀਗਾ ਉਹ ਬਣ ਕੇ ਜਿਹੜਾ ਸੀਗਾ ਤਿਆਰ ਹੋ ਗਿਆ ਸੀ। ਹੁਣ ਇਹਦੀਆਂ ਜਿਹੜੀਆਂ ਸੰਵਿਧਾਨਿਕ ਵਿਸ਼ੇਸ਼ਤਾਵਾਂ, ਅਗਰ ਅਮਰੀਕਾ ਦੇ ਕਨਸਟੀਟਿਊਸ਼ਨ ਦੀ ਆਪਾਂ ਗੱਲ ਕਰੀਏ, ਇਹ ਇੱਕ ਲਿਖਤੀ ਸੰਵਿਧਾਨ ਹੈ। ਇਹ ਫਿਲਡਲਫੀਆ ਕਨਵੈਨਸ਼ਨ ਦੁਆਰਾ ਜਿਹੜਾ ਹੈ ਬਣਾਇਆ ਗਿਆ ਸੀ, ਠੀਕ ਹੈ ਜੀ। ਹੁਣ ਇੱਥੇ ਇੱਕ ਵਿਚਾਰਕ ਹੋਏ ਨੇ ਜਿਨ੍ਹਾਂ ਨੇ ਇਹ ਕਿਹਾ ਕਿ in 1776 the famous Declaration of Independence was issued. Consequently, each colony became completely sovereign state. ਜਿਹੜੀਆਂ 13 ਕਾਲੋਨੀਜ਼ ਨੇ ਮਿਲ ਕੇ ਵਿਦਰੋਹ ਦਾ ਝੰਡਾ ਅੰਗਰੇਜ਼ੀ ਸਰਕਾਰ ਦੇ ਖਿਲਾਫ ਉਠਾਇਆ ਸੀ, ਉਹਦੇ ਵਿੱਚ ਉਹ ਸਫਲ ਹੋਏ ਤੇ 1776 ਦੇ ਵਿੱਚ 4 ਜੁਲਾਈ 1776 ਨੂੰ ਜਿਹੜਾ ਅਮਰੀਕਾ ਸੀਗਾ ਉਹਨੂੰ ਆਜ਼ਾਦੀ ਜਿਹੜੀ ਸੀ ਉਹ ਮਿਲੀ ਔਰ ਉਹਦੇ ਵਿੱਚ ਜਿਹੜੀਆਂ 13 ਕਾਲੋਨੀਜ਼ ਸੀਗੀਆਂ, 13 ਜਿਹੜੀਆਂ ਬਸਤੀਆਂ ਸੀਗੀਆਂ, ਉਹਨਾਂ ਨੇ ਜਿਹੜਾ ਸੀਗਾ ਅਹਿਮ ਭੂਮਿਕਾ ਜਿਹੜੀ ਸੀ ਨਿਭਾਈ। ਫਿਰ ਉਸ ਤੋਂ ਬਾਅਦ ਜਿਹੜੀਆਂ ਇਹ ਸਾਰੀਆਂ ਕਾਲੋਨੀਆਂ ਸੀਗੀਆਂ ਪੂਰੀ ਤਰ੍ਹਾਂ ਨਾਲ ਪ੍ਰਭੂ ਸੱਤਾ ਸੰਪੰਨ ਜਿਹੜੀਆਂ ਹੋ ਗਈਆਂ, ਠੀਕ ਹੈ। ਫਿਰ ਉਸ ਤੋਂ ਬਾਅਦ ਇੱਕ ਜਨਰਲ ਨੀਡ ਮਹਿਸੂਸ ਕੀਤੀ ਗਈ, ਕਿਹਦੀ? ਸਰਕਾਰ ਦੀ ਨੀਡ ਮਹਿਸੂਸ ਕੀਤੀ ਗਈ ਔਰ ਜਦ ਤੱਕ ਸੰਵਿਧਾਨ ਨਹੀਂ ਤੇ ਤਿਆਰ ਹੁੰਦਾ ਸੀ ਤਦ ਤੱਕ ਜਿਹੜਾ ਹੈ ਸਰਕਾਰ ਦਾ ਗਠਨ ਹੋਣਾ ਵੀ ਜਿਹੜਾ ਸੀਗਾ ਮੁਸ਼ਕਿਲ ਸੀਗਾ। ਸੋ ਇੱਥੇ ਆਰਟੀਕਲਸ ਆਫ ਕਨਫੈਡਰੇਸ਼ਨ ਵਿੱਚ ਪ੍ਰੋਵਾਈਡਡ ਸੈਂਪਲਸ ਆਫ ਨੈਸ਼ਨਲ ਗਵਰਨਮੈਂਟ। After the war, the strong need was felt of a new to frame a national government. National government ਬਣਾਈ ਗਈ ਫਿਲਡਲਫੀਆ ਦੇ ਵਿੱਚ, ਉਹਨੇ ਜਿਹੜਾ ਸੀਗਾ ਇਹਦਾ ਸੰਵਿਧਾਨ ਤਿਆਰ ਕੀਤਾ।
अगर अमेरिका के संविधान की ਅਸੀਂ ਗੱਲ ਕਰੀਏ, अमेरिका के संविधान दुनिया का सब तो छोटा संविधान है। ਇਹਦੇ ਵਿੱਚ केवल ਜਿਹੜੀਆਂ 7 ਧਾਰਾਵਾਂ ਹੈ, और 7 ਧਾਰਾਵਾਂ ਦੇ ਵਿੱਚ ਜਿਹੜੀ ਸਾਰੀ ਅਮਰੀਕਾ ਦੀ ਜਿਹੜੀ ਵਿਵਸਥਾ ਹੈ ਉਹਨੂੰ ਪਰਿਭਾਸ਼ਿਤ ਕੀਤਾ ਗਿਆ ਜਾਂ ਉਹਨੂੰ ਲਿਖਿਆ ਗਿਆ, ਉਹਨੂੰ ਚਲਾ ਉਸੇ ਤਰ੍ਹਾਂ ਜਿਹੜਾ ਹੈ ਚਲਾਇਆ ਜਾਂਦਾ ਹੈ। ਸੋ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ, ਇਹਦੇ ਵਿੱਚ 4000 ਸ਼ਬਦ ਹੈਗੇ ਆ, ऑक्यूपाइंग 10 into 12 पेजेस, 4000 पेज, 4000 शब्द और 12 या 13 पेजा ਦੇ ਵਿੱਚ ਇਹ ਜਿਹੜਾ ਸੰਵਿਧਾਨ ਹੈ ਉਹ ਖਤਮ ਹੋ ਜਾਂਦਾ ਹੈ। 7 ਆਰਟੀਕਲਸ। ਅਗਰ ਭਾਰਤ ਦੇ ਸੰਵਿਧਾਨ ਦੀ ਗੱਲ ਕਰੀਏ ਤਾਂ ਭਾਰਤ ਦੇ ਸੰਵਿਧਾਨ ਦੇ ਵਿੱਚ 395 ਧਾਰਾਵਾਂ ਹੈਗੀਆਂ। ਇਸੇ ਤਰ੍ਹਾਂ ਅਗਰ ਆਸਟ੍ਰੇਲੀਆ ਦੇ ਕਨਸਟੀਟਿਊਸ਼ਨ ਦੀ ਗੱਲ ਕਰੀਏ 128 ਧਾਰਾਵਾਂ ਹੈ। ਅਗਰ ਕੈਨੇਡਾ ਦੇ ਸੰਵਿਧਾਨ ਦੀ ਗੱਲ ਕਰੀਏ ਤਾਂ 147 ਧਾਰਾਵਾਂ ਹੈ। ਅਗਰ ਚੀਨ ਦੇ ਸੰਵਿਧਾਨ ਦੀ ਗੱਲ ਕਰੀਏ 138 ਧਾਰਾਵਾਂ ਹੈ। अगर जापान के संविधान की गल करिए तो जापान के संविधान के भी 138 तो 140 के जड़ियाँ धारावां हैं। फिर दूसरा जोड़ा पॉइंट है वो है रिजिड कॉन्स्टिट्यूशन, जिन्होंने आप कठोर संविधान करें। हुण मैं तुहानूं पहले भी दस चुका है, जिहड़े संविधान हुंदे वख-वख तरह के हुंदे है जां इन्हां दीयां जिहड़ियां वख-वख जिहड़ियां किस्मां जिहड़ियां इन्हां वख-वख किस्मां दे विच हाँ जी, मैं जिद्दां तुहानूं दस रहा सीगा, विच कोई आ गया सीगा कि ਜਿਹੜਾ ਹੈ ਮੋਸਟ ਬਰੀਫੈਸਟ ਕਨਸਟੀਟਿਊਸ਼ਨ ਹੈਗਾ ਜਿਹੜਾ ਆਪਣੇ ਅਮਰੀਕਾ ਦਾ ਹੈਗਾ ਕਨਸਟੀਟਿਊਸ਼ਨ 7 ਧਾਰਾਵਾਂ, ਔਰ ਮੈਂ ਬਾਕੀ ਦੇਸ਼ਾਂ ਦੇ ਨਾਲ ਇਹਦਾ ਜਿਹੜਾ ਹੈ ਕੰਪੈਰੀਜ਼ਨ ਵੀ ਜਿਹੜਾ ਉਹ ਕਰ ਦਿੱਤਾ ਹੈ। ਅੱਛਾ, ਫਿਰ ਰਿਜਿਡ ਹੈ, ਕਠੋਰ ਸੰਵਿਧਾਨ ਹੈ। ਦੂਸਰੀ ਜਿਹੜੀ ਇਹਦੀ ਵਿਸ਼ੇਸ਼ਤਾ ਹੈ ਕਠੋਰ ਹੈ ਸੰਵਿਧਾਨ, ਬਹੁਤ ਜ਼ਿਆਦਾ ਜਿਹੜਾ ਰਿਜਿਡ ਹੈ। ਰਿਜਿਡ ਦਾ ਮਤਲਬ ਹੁੰਦਾ ਹੁਣ ਦੋ ਤਰ੍ਹਾਂ ਦੇ ਸੰਵਿਧਾਨ ਹੁੰਦੇ ਆ। ਅਗਰ ਅਸੀਂ ਅਮੈਂਡਮੈਂਟ ਜਾਂ ਸੋਧ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਸੰਸ਼ੋਧਨ ਜਿਹੜਾ ਹੈ, ਜਿਹੜੇ ਤਾਂ ਫਲੈਕਸੀਬਲ ਕਨਸਟੀਟਿਊਸ਼ਨ ਹੁੰਦੇ ਆ ਉਹਦੇ ਵਿੱਚ ਸੋਧ ਕਰਨ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਉਹ ਜਟਿਲ ਨਹੀਂ ਹੁੰਦੀ, ਉਹ ਆਸਾਨ ਹੁੰਦੀ। ਹੁਣ ਜਿੱਦਾਂ ਅਮਰੀਕਾ ਦੇ ਵਿੱਚ ਅਗਰ ਕਨਸਟੀਟਿਊਸ਼ਨ ਦੇ ਵਿੱਚ ਕੋਈ ਅਮੈਂਡਮੈਂਟ ਕਰਨੀ ਹੈ ਜਾਂ ਸੋਧ ਕਰਨੀ ਹੈ, ਇਟ ਇਜ਼ ਵੈਰੀ ਡਿਫਿਕਲਟ ਟੂ ਅਮੈਂਡ ਅਮਰੀਕਨ constitution. It is very difficult. It is very difficult to amend American constitution. So जटिल है, इस करके अमेरिका के constitution ਨੂੰ ਜਿਹੜਾ ਹੈ ਅਸੀਂ ਕਠੋਰ ਜਿਹੜਾ ਹੈ ਸੰਵਿਧਾਨ ਕਹਿੰਦੇ ਹਾਂ। ਸੋ ਅਗਰ ਕੋਈ ਸੰਵਿਧਾਨਿਕ ਸੰਸ਼ੋਧ ਕਰਨੀ ਹੈ ਅਮਰੀਕਾ ਦੇ ਵਿੱਚ, ਦੋਨੋਂ ਸਦਨਾਂ ਦੇ ਵਿੱਚ, ਪ੍ਰਤੀਨਿਧੀ ਸਦਨ ਦੇ ਵਿੱਚ ਵੀ ਅਤੇ ਸੈਨੇਟ ਦੇ ਵਿੱਚ ਵੀ 2/3 ਬਹੁਮਤ ਦੇ ਨਾਲ ਜਿਹੜਾ ਹੈਗਾ ਸੰਵਿਧਾਨ ਦੇ ਵਿੱਚ ਉਹ ਪ੍ਰਸਤਾਵ ਪਾਸ ਕਰਵਾਉਣਾ ਪੈਂਦਾ ਦੋਨੋਂ ਸਦਨਾਂ ਦੇ ਵਿੱਚ, ਕਾਂਗਰਸ ਦੇ ਦੋਨੋਂ ਸਦਨਾਂ ਦੇ। ਉੱਥੇ ਦਾ ਜਿਹੜਾ ਵਿਧਾਨ ਮੰਡਲ ਹੈ ਉਹਨੂੰ ਕਾਂਗਰਸ ਕਿਹਾ ਜਾਂਦਾ। ਸੋ ਕਾਂਗਰਸ ਦੇ ਦੋਨਾਂ ਸਦਨਾਂ ਦੇ ਵਿੱਚ ਜਿਹੜਾ ਹੈ ਉਹ ਕਰਵਾਉਣਾ ਪੈਂਦਾ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੇ ਉੱਥੇ ਰਾਜ ਹੈ, ਰਾਜਾਂ ਦੀ ਸੰਖਿਆ ਮੈਂ ਕੱਲ ਤੁਹਾਨੂੰ ਦੱਸਿਆ ਸੀਗਾ 50 ਹੈ ਉੱਥੇ ਰਾਜਾਂ ਦੀ ਸੰਖਿਆ, ਤੇ 50 ਦੇ ਵਿੱਚੋਂ 3/4 ਜਦ ਤੱਕ ਰਾਜ ਜਿਹੜਾ ਹੈ ਇਹੋ ਜਿਹੇ ਪ੍ਰਸਤਾਵ ਨੂੰ ਆਪਣੀ ਮਨਜ਼ੂਰੀ ਨਹੀਂ ਦਿੰਦੇ ਤਦ ਤੱਕ ਸੰਵਿਧਾਨਿਕ ਸੋਧ ਕਰਨੀ ਇੰਪੋਸੀਬਲ ਹੈ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਅਮਰੀਕਾ ਦਾ ਕਨਸਟੀਟਿਊਸ਼ਨ ਹੈ ਉਹ ਬਹੁਤ ਜ਼ਿਆਦਾ ਜਿਹੜਾ ਹੈ ਉਹ ਕਠੋਰ ਹੈ। ਹੁਣ ਅਗਲਾ ਜਿਹੜਾ ਪੁਆਇੰਟ ਹੈ ਇਹਦੇ ਵਿੱਚ ਸੁਪਰੀਮੇਸੀ ਆਫ ਕਨਸਟੀਟਿਊਸ਼ਨ। ਸੁਪਰੀਮੇਸੀ ਆਫ ਕਨਸਟੀਟਿਊਸ਼ਨ ਦਾ ਮਤਲਬ ਹੈ ਸੰਵਿਧਾਨ ਦੀ ਸਰਵਉੱਚਤਾ। ਕੁਝ ਦੇਸ਼ਾਂ ਦੇ ਵਿੱਚ ਸੰਵਿਧਾਨ ਦੀ ਸਰਵਉੱਚਤਾ ਹੁੰਦੀ ਹੈ, ਜਿਨ੍ਹਾਂ ਦੇਸ਼ਾਂ ਦੇ ਵਿੱਚ ਲਿਖਿਤ ਸੰਵਿਧਾਨ ਨਹੀਂ ਹੈ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਸੰਸਦ ਹੁੰਦੀ ਹੈ ਉਹਦੀ ਸਰਵਉੱਚਤਾ ਹੁੰਦੀ। ਜਿੱਦਾਂ ਆਪਾਂ ਇੰਗਲੈਂਡ ਦੀ ਗੱਲ ਕਰੀਏ, ਜਿੱਦਾਂ ਭਾਰਤ ਦੀ ਵੀ ਗੱਲ ਕਰੀਏ ਅਸੀਂ, ਤੇ ਭਾਰਤ ਦੇ ਵਿੱਚ ਵੀ ਜਿਹੜੀ ਹੈ ਸੰਵਿਧਾਨ ਦੀ ਜਿਹੜੀ ਹੈ ਸਰਵਉੱਚਤਾ ਹੈਗੀ ਹੈ। ਸੋ ਆਰਟੀਕਲ 6 ਹੈ ਜਿਹੜਾ ਅਮਰੀਕਾ ਦੇ ਕਨਸਟੀਟਿਊਸ਼ਨ ਦਾ, ਉਹ ਕੀ ਕਹਿੰਦਾ ਹੈ? This constitution and laws of the United States made pursuance thereof shall be the supreme law of land, and judges in every state shall bound thereby anything in the constitution or laws of any state contrary with notwithstanding. This is unlike England, where parliament, not the constitution, is sovereign.
ठीक है, जिद्दां मैं तुहानूं पहले दस्सिया कि जो कुछ संविधान दे विच लिखिया गया है, जो संविधानिक व्यवस्था अमेरिका च की गई है, उहदे अनुसार ही उत्थे दे न्यायालय एक्ट अते रिएक्ट जिहड़ा है करदे है। और संविधान की सर्वोच्चता है, न्यायपालिका की सर्वोच्चता नहीं। न्यायपालिका नूं उत्थे जिहड़ा है इंडिपेंडेंट रखिया है, उत्थे बहुत ज़्यादा जिहड़ा है उसनूं जिहड़ा है इंडिपेंडेंट जिहड़ा है वो रखिया है। ठीक है जी। हुण अगला पॉइंट है फैडरल कॉन्स्टिट्यूशन। फैडरल कॉन्स्टिट्यूशन का इत्थे मतलब है कि जिहड़ा अमेरिका का कॉन्स्टिट्यूशन है वो संघी है। ठीक है जी, क्योंकि उन्होंने जो शुरू शुरू के 13 कॉलोनीज ने आर्टिकल्स ऑफ कॉन्फेडरेशन साइन किया सीगा, ਉਹਦੇ ਵਿੱਚ ਉਹਨਾਂ ਨੇ ਕੁਝ ਸ਼ਕਤੀਆਂ ਦੀ ਵੰਡ ਜਿਹੜੀ ਹੈ ਆਪਸ ਦੇ ਵਿੱਚ ਕੀਤੀ ਸੀ। ਹੁਣ ਫੈਡਰਲ ਕਿੱਦਾਂ, ਅਮਰੀਕਨ ਕਨਸਟੀਟਿਊਸ਼ਨ ਇਜ਼ ਫੈਡਰਲ ਲਿਖਿਆ ਹੋਇਆ ਅਮਰੀਕਾ ਦੇ ਕਨਸਟੀਟਿਊਸ਼ਨ ਦੇ ਵਿੱਚ। ਭਾਰਤ ਦੇ ਵਿੱਚ ਜਿਹੜਾ ਸੰਵਿਧਾਨ ਹੈ ਫੈਡਰਲ ਸਪਿਰਿਟ ਦੇ ਵਿੱਚ ਫੈਡਰਲ ਹੈ, ਠੀਕ ਹੈ, ਪਰ ਜਿਹੜਾ ਅਮਰੀਕਾ ਦਾ ਕਨਸਟੀਟਿਊਸ਼ਨ ਹੈ ਉਹ ਰੀਅਲੀ ਜਿਹੜਾ ਹੈ ਫੈਡਰਲ ਹੈਗਾ। ਫੈਡਰਲ ਰॉबर्ट जी न्यूमैन की कहते हैं, एज ब्रिटिश पार्लीमेंट हैज़ बीन द मदर ऑफ ऑल द पार्लीमेंट्स, सो USA हैज़ बीन द फादर ऑफ फेडरेशन। फैडरल सिस्टम का जो जन्म है अमेरिका के होया, इंग्लैंड से नहीं होया। इंग्लैंड के यूनिटरी सिस्टम का जोड़ा जन्म होया, एकात्मक प्रणाली का जोड़ा जन्म होया। उत्थे भी जिहड़े राज्य सरकार हैं उन्होंने अपने संविधान है, उन्होंने स्वायत्तता दी गई है। ठीक है, उन्होंने कोल शक्तियां हैं, मतलब शक्तियां का विभाजन दो तरह से है, केंद्र सरकार और राज्य सरकार के विचकार। फिर उत्थे का संविधान जो गणतंत्री, गणतंत्री का मतलब अमेरिकन फॉर्म ऑफ गवर्नमेंट रिपब्लिकन लाइक, मतलब गणतंत्री का मतलब उत्थे जो है प्रेजिडेंट है अमेरिका का वो सीधे रूप नाल जिहड़ा है लोगों द्वारा चुनिया जाता, इनडायरैक्टली चुनिया जाता। पर जिहड़ा प्रेजिडेंशियल इलैक्टोरल कॉलेज बनता है उन्होंने लोग जिहड़ा है सीधे रूप नाल जिहड़ा हैगा वो चुनते। सो बच्चों मैं अज का लैक्चर अपना जिहड़ा हैगा इत्थे ही जिहड़ा विराम दिना है, खत्म करदा। सो कल नूं बाकी दियां जिहड़ियां इहदियां विशेषताएं हैं वो डिस्कस करिए कल दे लैक्चर दे विच करांगे। ठीक है जी।